ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲੈ ਕੇ ਇੱਕ ਵਾਰ ਫਿਰ ਤੋਂ ਆਪ ਸਭ ਦੇ ਰੂਬਰੂ ਹੋ ਗਏ ਹਾਂ। ਅੱਜ ਦੇ ਇਸ ਪ੍ਰੋਗਰਾਮ ਵਿੱਚ ਦੇਸ਼ ਦੁਨੀਆ ਦੀਆਂ ਖਬਰਾਂ ਤੇ ਚਰਚਾ ਕਰਾਂਗੇ ਤੇ ਚਰਚਾ ਤੇ ਹਰ ਰੋਜ਼ ਦੀ ਤਰ੍ਹਾਂ ਮੇਰਾ ਸਾਥ ਦੇਣ ਲਈ ਨਾਲ ਨੇ ਸੀਨੀਅਰ ਪੱਤਰਕਾਰ ਜਤਿੰਦਰ ਪਨੂ ਜੀ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ, ਫਿਰ ਕਰਦੇ ਹਾਂ ਖਬਰਾਂ ਤੇ ਚਰਚਾ। ਪਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ। ਸ਼ੁਕਰੀਆ। ਪਨੂ ਸਾਹਿਬ, ਪੈਗਾਸਸ ਦਾ ਮਾਮਲਾ ਹੈ। ਪਾਰਲੀਮੈਂਟ ਵਿੱਚ ਬਾਰ-ਬਾਰ ਇਸ ਮੁੱਦੇ ਤੇ ਚਰਚਾ ਕਰਨ ਦੀ ਗੱਲ ਕਹੀ ਜਾਂਦੀ ਹੈ, ਪਰ ਅਜੇ ਤੱਕ ਪਤਾ ਨਹੀਂ ਲੱਗਦਾ ਕਿ ਕਿਉਂ ਨਹੀਂ ਹੁੰਦੀ। ਦੂਸਰੇ ਪਾਸੇ ਪੈਗਾਸਸ ਕੰਪਨੀ ਨੇ ਕਹਿ ਦਿੱਤਾ ਕਿ ਜਿਹੜਾ ਸੌਫਟਵੇਅਰ ਸੀਗਾ ਇਹ ਅਸੀਂ ਕਿਸੇ ਸਰਕਾਰੀ ਸੰਸਥਾ ਨੂੰ ਨਹੀਂ ਦੇਵਾਂਗੇ। ਇੱਕ ਫੈਸਲੇ ਨੂੰ ਕਿਵੇਂ ਦੇਖਦੇ ਆ? ਜੋ ਸਰਕਾਰੀ ਸੰਸਥਾ ਨੂੰ ਨਾ ਦੇਣਗੇ, ਕਿਹਨੂੰ ਵੇਚਣਗੇ? ਤਾਲਿਬਾਨ ਨੂੰ ਵੇਚਣਗੇ। ਆਖਿਰਕਾਰ ਉਹਨਾਂ ਦੇ NSO ਗਰੁੱਪ ਨਾਲ ਦੀ ਕੰਪਨੀ ਨੇ ਇਜ਼ਰਾਈਲ ਦੇ ਵਿੱਚ ਇਹ ਸਾਫਟਵੇਅਰ ਡਿਵੈਲਪ ਕੀਤਾ ਜਿਹੜਾ ਇੱਕੋ ਵਕਤ ਲੱਖਾਂ ਲੋਕਾਂ ਦੀ ਜਾਸੂਸੀ ਕਰ ਸਕਦਾ। ਉੱਥੋਂ ਦੀ ਸਰਕਾਰ ਨੇ ਇਹ ਵੇਖ ਕੇ ਕਿ ਅੱਜ ਤੱਕ ਦਾ ਦੁਨੀਆ ਦਾ ਸਭ ਤੋਂ ਖਤਰਨਾਕ ਸਾਫਟਵੇਅਰ ਹੈ, ਉਹਨੂੰ ਹਥਿਆਰਾਂ ਦੀ ਕੈਟੇਗਰੀ 'ਚ ਰੱਖਿਆ, ਉਸ ਸ਼੍ਰੇਣੀ 'ਚ ਰੱਖਿਆ। ਜਿਹਦੇ ਬਾਰੇ ਵੇਚਣਾ ਕਿ ਨਹੀਂ ਵੇਚਣਾ ਤੇ ਕਿਹੜੇ ਗਾਹਕ ਨੂੰ ਵੇਚਣਾ, ਇਹ ਫੈਸਲਾ ਕੰਪਨੀ ਨਹੀਂ ਕਰਦੀ। ਕੰਪਨੀ ਕੋਲ ਸਿਰਫ ਪੇਸ਼ਕਸ਼ ਆਉਂਦੀ ਹੈ, ਗਾਹਕ ਆਉਂਦਾ, ਮਨਜ਼ੂਰੀ ਸਰਕਾਰ ਦਿੰਦੀ ਹੈ ਕਿ ਇਹਨੂੰ ਵੇਚਣਾ ਕਿ ਨਹੀਂ ਵੇਚਣਾ। ਜੀ, ਜਿਹੜੇ ਦੇਸ਼ਾਂ ਵਿੱਚ ਗਿਆ, ਭਾਰਤ ਦੀ ਸਰਕਾਰ ਮੰਨੇ ਜਾਂ ਅਸਰੋਂ ਮਕਰੇ ਹੋ ਕੇ ਮੁੱਕਰ ਜਾਣ। ਜੇ ਭਾਰਤ ਵਿੱਚ ਆਇਆ ਤੇ ਭਾਰਤ ਦੀ ਨਰਿੰਦਰ ਮੋਦੀ ਸਰਕਾਰ ਦੀ ਮਰਜ਼ੀ ਤੋਂ ਬਗੈਰ ਨਹੀਂ ਆ ਸਕਦਾ। ਜੀ, ਕਿਉਂਕਿ ਇਜ਼ਰਾਈਲ ਦੀ ਸਰਕਾਰ ਦਾ ਫੈਸਲਾ ਹੀ ਹੈ ਕਿ ਇਹ ਪਹਿਲੀ ਗੱਲ ਸਿਰਫ ਤੇ ਸਿਰਫ ਸਰਕਾਰਾਂ ਦੀਆਂ ਏਜੰਸੀਆਂ ਨੂੰ ਵੇਚਿਆ ਜਾ ਸਕਦਾ। ਕਿਸੇ ਪ੍ਰਾਈਵੇਟ ਜਥੇਬੰਦੀ ਨੂੰ, ਕਿਸੇ ਪ੍ਰਾਈਵੇਟ ਕੰਪਨੀ ਨੂੰ ਵੇਚਿਆ ਹੀ ਨਹੀਂ ਜਾ ਸਕਦਾ। ਦੂਜੀ ਗੱਲ ਕਿ ਉੱਥੋਂ ਦੀ ਸਰਕਾਰ ਦੀ ਮਰਜ਼ੀ ਤੋਂ ਬਗੈਰ ਉਸ ਦੇਸ਼ ਵਿੱਚ ਨਹੀਂ ਭੇਜਿਆ ਜਾ ਸਕਦਾ। ਕਾਨੂੰਨੀ ਤੌਰ 'ਤੇ ਚੁਣੀ ਸਰਕਾਰ, ਭਾਰਤ ਦੀ ਕਾਨੂੰਨੀ ਤੌਰ 'ਤੇ ਚੁਣੀ ਸਰਕਾਰ ਨਰਿੰਦਰ ਮੋਦੀ ਕਿੱਦਾਂ ਮੁੱਕਰ ਸਕਦੀ? ਇਹਨਾਂ ਦੀ ਮਰਜ਼ੀ ਤੋਂ ਬਗੈਰ ਭਾਰਤ ਵਿੱਚ ਆ ਕਿੱਦਾਂ ਸਕਦਾ? ਜੀ, ਭਾਜਪਾ ਦਾ ਆਪਣਾ ਪਾਰਲੀਮੈਂਟ ਮੈਂਬਰ ਸੁਬਰਾਮਨੀਅਮ ਸਵਾਮੀ ਚੀਕ ਕੇ ਕਹਿੰਦਾ ਕਿ ਜਿਹੜੇ ਦੇਸ਼ ਵਿੱਚ ਹੀ ਸਾਫਟਵੇਅਰ ਵਰਤਣਾ ਹੋਵੇ ਉੱਥੇ ਸਾਫਟਵੇਅਰ ਲਾਉਣਾ, ਇਹਦਾ ਸਰਵਰ ਲਾਉਣਾ ਪੈਂਦਾ। ਭਾਰਤ ਵਿੱਚ ਪੈਗਾਸਸ ਵਾਸਤੇ ਸਰਵਰ ਲਾਉਣ ਦੀ ਆਗਿਆ ਕਿਹਨੇ ਦਿੱਤੀ? ਭਾਰਤ ਦੀ ਇਨਫੋਰਮੇਸ਼ਨ ਟੈਕਨੋਲੋਜੀ ਮਿਨਿਸਟਰੀ ਨੇ ਜਾਂ ਭਾਰਤ ਦੀ ਕੈਬਨਿਟ ਕਮੇਟੀ ਔਨ ਸਿਕਿਉਰਿਟੀ ਨੇ? ਇਹ ਕਿਹਨੇ ਦਿੱਤੀ? ਇਹਦਾ ਕੋਈ ਜਵਾਬ ਨਹੀਂ ਆ ਰਿਹਾ। ਸਰਕਾਰ ਕਹਿੰਦੀ ਹਮਨੇ ਕੁਛ ਗਲਤ ਨਹੀਂ ਕੀਤਾ। ਜੇ ਗਲਤ ਨਹੀਂ ਕੀਤਾ, ਜਿਹੜਾ ਠੀਕ ਕੀਤਾ ਉਹ ਦੱਸ ਦਿਓ ਕਿ ਅਸੀਂ ਆਹ ਕੀਤਾ, ਕੁਝ ਕੀਤਾ ਤੇ ਹੈ ਕਿ ਨਹੀਂ। ਜੀ, ਉਹ ਦੱਸਦੇ ਹੀ ਨਹੀਂ। ਹੁਣ ਇਹਦੇ ਉੱਤੇ ਫਰਾਂਸ ਦੀ ਸਰਕਾਰ ਜਿਹੜੀ ਆ ਉਹ ਹਿੱਲੀ ਪਈ, ਉੱਥੇ ਰੌਲਾ ਪਿਆ ਕਿਉਂਕਿ ਉੱਥੇ ਇਹ ਸਾਫਟਵੇਅਰ ਵਰਤਿਆ ਗਿਆ ਅਤੇ ਉੱਥੇ ਦੀ ਸਰਕਾਰ ਨੇ ਇਨਕੁਆਇਰੀ ਬਿਠਾਤੀ ਹੈ ਕਿ ਸਾਡੀ ਮਰਜ਼ੀ ਤੋਂ ਬਗੈਰ ਕਿੱਦਾਂ ਵਰਤਿਆ ਗਿਆ। ਇਹ ਹੋ ਨਹੀਂ ਸਕਦਾ ਕਿ ਉਹਨਾਂ ਦੀ ਮਰਜ਼ੀ ਤੋਂ ਬਗੈਰ ਵਰਤਿਆ ਗਿਆ ਹੋਵੇ। ਰਾਸ਼ਟਰਪਤੀ ਇਮੈਨੂਅਲ ਮੈਕਰੋਂ ਫਸਿਆ ਫਿਰਦਾ। ਮੈਕਰੋਂ ਨੇ ਇਨਕੁਆਇਰੀ ਵੀ ਬਿਠਾਤੀ ਆ ਅਤੇ ਆਪਣਾ ਰੋਸ ਵੀ ਇਜ਼ਰਾਈਲ ਦੀ ਸਰਕਾਰ ਕੋਲ ਭੇਜਤਾ, ਇਹਦੀ ਇਨਕੁਆਇਰੀ ਕਰੋ। ਇਜ਼ਰਾਈਲ ਦੀ ਸਰਕਾਰ ਨੇ ਝੂਠਾ ਹੋਵੇ ਸੱਚਾ ਹੋਵੇ, ਭਾਵੇਂ ਅਥਰੂ ਪੁੰਝਣ ਵਾਲਾ ਹੀ ਹੋਵੇ, ਇੱਕ ਵਾਅਦਾ ਤਾਂ ਕਰ ਲਿਆ ਨਾ ਕਿ ਤੁਹਾਡੀ ਸ਼ਿਕਾਇਤ ਨੂੰ ਅਸੀਂ ਗੰਭੀਰਤਾ ਨਾਲ ਲਿਆ। ਜੀ, ਭਾਰਤ ਦੀ ਸਰਕਾਰ ਨੇ ਤੇ ਵਿਖਾਵੇ ਦੀ ਸ਼ਿਕਾਇਤ ਵੀ ਕੋਈ ਨਹੀਂ ਕੀਤੀ। ਕਿਉਂ ਨਹੀਂ ਕੀਤੀ? ਅੰਦਰ ਦੀ ਕਾਣੋ ਆ ਤਾਂ ਨਹੀਂ ਕੀਤੀ, ਜਾਂ ਕਹਿਣ ਕਿ ਕੋਈ ਕਾਨੂੰਨ ਨਹੀਂ। ਜਵਾਬ ਇੰਨਾ ਕਿ ਹਮਨੇ ਕੁਛ ਗਲਤ ਨਹੀਂ ਕੀਤਾ। ਔਰ ਸਾਰੀ ਦੁਨੀਆ ਦੇ ਦੇਸ਼ਾਂ 'ਚ ਜਿਹੜਿਆਂ 'ਚ ਗਿਆ, ਪਹਿਲਾਂ ਪਤਾ ਲੱਗਾ ਸੀ 5-6 ਦੇਸ਼ਾਂ 'ਚ ਆ, ਉਹ ਫਿਰ ਪਤਾ ਲੱਗਾ 15-16 ਦੇਸ਼ਾਂ 'ਚ ਆ, ਹੁਣ ਪਤਾ ਲੱਗਦਾ 50-60 ਦੇਸ਼ਾਂ 'ਚ ਵੇਚ ਕੇ ਪੈਸੇ ਕਮਾਏ ਨੇ। ਉਸ ਸਾਫਟਵੇਅਰ ਦੇ ਪੁਆੜੇ ਇੰਨੇ ਦੇਸ਼ਾਂ 'ਚ ਪੈ ਗਏ ਆ ਕਿ ਅਖੀਰ ਇਜ਼ਰਾਈਲ ਦੀ ਸਰਕਾਰ ਨੂੰ ਇਹ ਫੈਸਲਾ ਕਰਨਾ ਪਿਆ ਕਿ ਅੱਗੇ ਤੋਂ ਇਹ ਸਾਫਟਵੇਅਰ ਕਿਸੇ ਦੇਸ਼ ਦੀ ਸਰਕਾਰ ਨੂੰ ਨਹੀਂ ਵੇਚਿਆ ਜਾਵੇਗਾ। ਜੀ, ਜਿਹਦਾ ਫੈਸਲਾ ਹੀ ਆ ਕਿ ਸਰਕਾਰਾਂ ਤੇ ਸਰਕਾਰੀ ਏਜੰਸੀਆਂ ਨੂੰ ਵੇਚਣਾ। ਜੇ ਤੁਸੀਂ ਸਰਕਾਰਾਂ ਨੂੰ ਨਾ ਵੇਚੋਗੇ ਤੇ ਕਿਹਨੂੰ ਵੇਚੋਗੇ? ਤਾਲਿਬਾਨ ਨੂੰ ਵੇਚੋਗੇ, ਜਾਂ ਉਹ ਜਿਹੜੇ ਯਮਨ ਦੇ ਵਿੱਚ ਲੜਦੇ ਪਏ ਹੌਦੀ ਵਾਲੇ ਬਾਗੀ ਉਹਨਾਂ ਨੂੰ ਵੇਚੋਗੇ, ਕਿਹਨੂੰ ਵੇਚੋਗੇ? ਇਹਦਾ ਕੋਈ ਜਵਾਬ ਨਹੀਂ। ਇਹ ਜਿਹੜਾ ਢੰਗ ਉਹ ਵਰਤਦੇ ਪਏ ਨੇ ਇਜ਼ਰਾਈਲ ਵਾਲੇ, ਉਹ ਢੰਗ ਵਿੱਚ ਸ਼ੱਕ ਹੋਰ ਵਧਾਉਂਦਾ, ਲੋਕਾਂ ਦੇ ਵਿੱਚ ਕਈ ਕਿਸਮ ਦੇ ਸੰਸ਼ੇ ਪੈਦਾ ਕਰਦਾ। ਪਰ ਸਾਨੂੰ ਬਾਕੀਆਂ ਨਾਲ ਮਤਲਬ ਕੋਈ ਨਹੀਂ। ਸਾਨੂੰ ਇਹ ਮਤਲਬ ਕੋਈ ਨਹੀਂ ਕਿ ਕਿਹਨੇ ਵੇਚਿਆ ਕੀ ਨਹੀਂ ਵੇਚਿਆ। ਉਰਦੂ ਦਾ ਸ਼ੇਰ ਆ, ਤੂੰ ਇੱਧਰ ਉਧਰ ਕੀ तो बात ना कर, ये बता काफिला क्यों लुटा, बात रहजन की नहीं तेरी रहबरी का सवाल है। ਲੁਟੇਰਿਆਂ ਤੇ ਲੁੱਟਣਾ ਹੀ ਲੁੱਟਣਾ ਸੀ।
ਤੂੰ ਜਿਹੜਾ ਕਾਫਲੇ ਦਾ ਰਾਖਾ ਸੀ, ਤੂੰ ਰਹਿਬਰੀ ਕੀ ਕੀਤੀ, ਤੂੰ ਇਸ ਕਾਫਲੇ ਦੀ ਰਾਖੀ ਵਾਸਤੇ ਕੁਝ ਕੀਤਾ ਕਿ ਨਹੀਂ ਕੀਤਾ। ਭਾਰਤ ਦੀ ਸਰਕਾਰ ਦੇ ਸਾਹਮਣੇ ਸਭ ਤੋਂ ਵੱਡਾ ਸਵਾਲੀਆ ਨਿਸ਼ਾਨ ਇਹ ਹੈ ਕਿ ਜੇ ਇਸ ਦੇਸ਼ ਵਿੱਚ ਵਰਤਿਆ ਗਿਆ ਤੇ ਕਿੱਦਾਂ ਵਰਤਿਆ ਗਿਆ। ਸਰਕਾਰ ਵਿਚਲੇ ਲੀਡਰਾਂ, ਵਿਰੋਧੀ ਧਿਰ ਦੇ ਲੀਡਰਾਂ, ਅਫਸਰਾਂ, ਜੱਜਾਂ, ਚੋਣ ਕਮਿਸ਼ਨਰਾਂ, ਤੁਸੀਂ ਕਿਸੇ ਨੂੰ ਛੱਡਿਆ ਵੀ ਹੈ? ਕੋਈ ਜਵਾਬ ਤਾਂ ਦਿਓ, ਪਰ ਜਵਾਬ ਕੋਈ ਨਹੀਂ ਮਿਲ ਰਿਹਾ ਜੀ। ਪੰਨ ਸਾਹਿਬ, ਪ੍ਰਸ਼ਾਂਤ ਕਿਸ਼ੋਰ ਦੇ ਵੀ ਕਾਂਗਰਸ ਪਾਰਟੀ ਵਿੱਚ ਜਾਣ ਦੇ ਜਿਹੜੇ ਚਰਚੇ ਆ ਉਹ ਸਿਖਰਾਂ ਤੇ ਆ। ਦੂਸਰੇ ਪਾਸੇ ਰਾਹੁਲ ਗਾਂਧੀ ਸਮੇਤ ਕਈ ਕਾਂਗਰਸੀ ਆ ਜਿਹੜੇ ਇਸ ਗੱਲ ਨੂੰ ਲੈ ਕੇ ਚਾਹੁੰਦੇ ਵੀ ਆ ਕਿ ਬੰਦਾ ਨਾਲ ਆ ਜਾਵੇ। ਕਰ ਲੂਗਾ ਜੁਆਇਨ ਫਿਰ ਪਾਰਟੀ? ਮੇਰਾ ਖਿਆਲ ਹੈ ਕਿ ਔਖਾ। ਉਹਦਾ ਕਾਰਨ ਇਹ ਹੈ ਕਿ ਪ੍ਰਸ਼ਾਂਤ ਕਿਸ਼ੋਰ ਬਿਜ਼ਨਸਮੈਨ ਹੈ, ਉਹ ਸਿਆਸੀ ਬੰਦਾ ਨਹੀਂ। ਜੀ। ਜਿੱਦਾਂ ਲੋਕੀ ਪੁਲਾਂ ਦੇ ਠੇਕੇ ਲੈਂਦੇ ਆ, ਅੱਧੇ ਪੈਸੇ ਪੁਲ 'ਤੇ ਲਾ ਤੇ ਅੱਧੇ ਆਪ ਖਾ ਲਏ, ਤੇ ਉਹਨਾਂ ਦੇ ਵਿੱਚੋਂ ਕੁਝ ਮੰਤਰੀਆਂ ਨੂੰ ਤੇ ਅਫਸਰਾਂ ਨੂੰ ਵਿੱਚੋਂ ਕਮਿਸ਼ਨ 'ਚ ਦੇਤਾ। ਜੀ। ਕੋਈ ਇਸੇ ਤਰ੍ਹਾਂ ਦਾ ਖੁਰਾਕ ਸਪਲਾਈ ਦਾ ਠੇਕਾ ਲੈ ਲੈਂਦਾ, ਕੋਈ ਨਹਿਰ ਦਾ ਠੇਕਾ ਲੈ ਲੈਂਦਾ, ਕੋਈ ਬਾਰਡਰ ਦੇ ਉੱਤੇ ਸਮਾਨ ਸਪਲਾਈ ਕਰਨ ਦਾ ਠੇਕਾ ਲੈ ਲੈਂਦਾ। ਇਹ ਜਿਹੜਾ ਪ੍ਰਸ਼ਾਂਤ ਕਿਸ਼ੋਰ ਆ, ਇਹ ਪੋਲੀਟਿਕਸ ਦੇ ਠੇਕੇ ਲੈਂਦਾ, ਰਾਜਨੀਤੀ ਦੇ ਠੇਕੇ। ਸਭ ਤੋਂ ਪਹਿਲਾ ਤੇ ਸਭ ਤੋਂ ਵੱਡਾ ਠੇਕਾ ਇਹਨੇ ਲਿਆ ਸੀ ਉਦੋਂ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਨੂੰ ਚਾਅ ਚੜਿਆ ਕਿ ਮੈਂ ਭਾਰਤ ਦਾ ਪ੍ਰਧਾਨ ਮੰਤਰੀ ਬਣਨਾ। ਇਹਨੇ ਉਹਦੇ ਵਾਸਤੇ ਫਿਰ ਠੇਕਾ ਲਿਆ, ਉਹਨੂੰ ਚੁੱਕਣ ਵਾਸਤੇ ਅੱਡ-ਅੱਡ ਥਾਵਾਂ 'ਤੇ ਸਟੇਜਾਂ, ਕਿਤੇ ਲਾਲ ਕਿਲ੍ਹੇ ਵਰਗੀ ਸਟੇਜ ਬਣਾਈ ਗਈ, ਕਿਤੇ ਭਾਰਤ ਦੀ ਪਾਰਲੀਮੈਂਟ ਵਰਗੀ ਬਣਾਈ ਗਈ, ਕਿਤੇ ਇੰਡੀਆ ਗੇਟ ਬਣਾਇਆ ਗਿਆ, ਕਿਸੇ ਥਾਂ 'ਤੇ ਕੋਈ ਹੋਰ ਬਣਾ ਦਿੱਤਾ। ਉਹਨੂੰ ਜਿਸ ਤਰ੍ਹਾਂ ਨੇ ਚੁੱਕਿਆ, ਜੀ, ਹਰ ਹਰ ਮੋਦੀ, ਘਰ ਘਰ ਮੋਦੀ ਕਰਾਉਣ 'ਚ ਸਭ ਤੋਂ ਵੱਧ ਰੋਲ ਇਹਦਾ ਸੀ। ਉਹ ਠੇਕੇ 'ਚੋਂ ਚੰਗੀ ਕਮਾਈ ਕਰ ਗਿਆ, ਤੇ ਕਮਾਈ ਜਿਹੜੀ ਆ ਪੈਸਿਆਂ ਦੀ ਨਹੀਂ, ਇੱਕ ਆਪਣੇ ਇਮੇਜ ਦੀ ਕਮਾਈ ਕਰ ਗਿਆ ਕਿ ਇਹ ਜਿਹਦੇ ਅਗਵਾਨੂ ਬਣ ਜਾਵੇ ਉਹਦਾ ਰੱਥ ਟਿਕਾਣੇ ਪਹੁੰਚਾ ਦਿੰਦਾ। ਅੱਗੋਂ ਭਾਜਪਾ ਵਾਲਿਆਂ ਨੇ ਸੋਚਿਆ ਵੀ ਕੋਠਾ ਉਸਰਿਆ ਤੇ ਮਿਸਤਰੀ ਵਿਸਰਿਆ, ਹੋਣੇ ਦੀ ਲੋੜ ਕੀ ਹੈ। ਇਹ ਅਗਲੀ ਚੋਣ 'ਚ ਬਿਹਾਰ 'ਚ ਚਲਾ ਗਿਆ, ਨੇ ਦਿਨੇ ਤਾਰੇ ਵਿਖਾ ਤੇ ਭਾਜਪਾ ਨੂੰ ਨਿਤੀਸ਼ ਕੁਮਾਰ ਤੇ ਲਾਲੂ ਨੂੰ ਜਿਤਾ ਕੇ ਆ ਗਿਆ। ਇਹ ਬਿਹਾਰ ਹੈ, ਨਿਤੀਸ਼ ਕੁਮਾਰ ਹੈ। ਜੀ। ਉਦੋਂ ਬਾਅਦ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਜਿਤਾ ਦਿੱਤਾ। ਆ ਹੁਣ ਪੱਛਮੀ ਬੰਗਾਲ 'ਚ ਜਿਹੜੇ ਬੰਦੇ ਨੂੰ ਪਤਾ ਕਿ ਮੈਂ ਆਪ ਚੋਣ ਲੜੇ ਬਗੈਰ, ਚੋਣਾਂ ਲੜਾ ਕੇ ਇਸ ਕੁੱਕੜਾਂ ਦੀ ਲੜਾਈ 'ਚੋਂ ਕਮਾਈ ਕਰ ਸਕਦਾ ਔਰ ਮੋਟੀ ਕਮਾਈ ਕਰ ਸਕਦਾ, ਉਹ ਇਸ ਗੰਦ 'ਚ ਕਿਉਂ ਸ਼ਾਮਲ ਹੋਵੇਗਾ ਜਿਹੜੇ ਗੰਦ ਦੇ ਵਿੱਚ ਇਹ ਸਵਾਲ ਪੁੱਛਿਆ ਜਾਣਾ, ਤੂੰ ਕੀਤਾ ਕੀ, ਤੂੰ ਵਾਅਦੇ ਕੀਤੇ ਸੀ, ਤੂੰ ਆਹ ਨਹੀਂ ਕੀਤਾ, ਤੂੰ ਉਹ ਨਹੀਂ ਕੀਤਾ, ਤੂੰ ਉਹ ਨਹੀਂ ਕੀਤਾ, ਤੂੰ ਆਹ ਕੀਤਾ, ਤੂੰ ਆਹ ਨਹੀਂ ਕੀਤਾ, ਤੂੰ ਸਵਾਹ ਕੀਤਾ। ਇਹ ਚੱਕਰ 'ਚ ਕਿਉਂ ਪਊਗਾ? ਆਪਣੇ ਸਿਰ 'ਤੇ ਕੋਈ ਜ਼ਿੰਮੇਵਾਰੀ ਲੈਣੀ ਨਹੀਂ, ਕਹਿਣਾ ਜੀ ਮੇਰਾ ਤੇ ਕੰਟਰੈਕਟ ਸੀ ਚੋਣਾਂ ਲੜਾਉਣ ਦਾ ਤੇ ਜਿਤਾਉਣ ਦਾ, ਉਹ ਕੰਮ ਲੰਘ ਗਿਆ, ਹੁਣ ਤੁਸੀਂ ਜਾਣੋ, ਸਰਕਾਰ ਜਾਣੇ, ਮੈਂ ਕੋਈ ਠੇਕਾ ਥੋੜ੍ਹਾ, ਮੇਰਾ ਠੇਕਾ ਤਾਂ ਇੱਥੋਂ ਤੱਕ ਸੀ। ਜੀ। ਉਹ ਉਸ ਤਰ੍ਹਾਂ ਦੇ ਠੇਕੇ ਲੈਣੇ ਛੱਡ ਕੇ ਰਾਹੁਲ ਗਾਂਧੀ ਦੇ ਕਹਿਣ ਤੇ ਕਾਂਗਰਸ ਵਿੱਚ ਆ ਜਾਵੇ। ਇੱਥੇ ਆਉਣ ਦਾ ਮਤਲਬ ਇਹ ਕਿ ਮੁੜ ਕੇ ਕੋਈ ਦੂਸਰੀ ਪਾਰਟੀ ਉਹਨੂੰ ਠੇਕਾ ਨਹੀਂ ਦੇਊਗੀ, ਫਿਰ ਤਾਂ ਉਹ ਇੱਕੋ ਜਗ੍ਹਾ ਰਹਿ ਜਾਊਗਾ। ਜੀ। ਅੱਗੇ ਸਿਆਸੀ ਪਾਰਟੀਆਂ ਕੀ ਕਰਦੀਆਂ ਸੀ? ਕਾਂਗਰਸ ਨੇ ਰਜੇਸ਼ ਖੰਨਾ ਲੈ ਆਂਦਾ ਕਿ ਉੱਦਾਂ ਸਟੇਜਾਂ ਲਵਾਵਾਂਗੇ ਤੇ ਪੈਸੇ ਦੇਣੇ ਪੈਣੇ, ਇੱਕ ਪਾਰਲੀਮੈਂਟ ਦੀ ਸੀਟ ਦੇ ਦਿਓ ਤੇ ਬਾਕੀ ਸਟੇਜਾਂ ਦੇ ਮੁਫਤ ਕੰਮ ਕਰਾਓ। ਗੋਬਿੰਦਾ ਲੈ ਆਂਦਾ। ਇੱਕ ਵਾਰੀ ਅਮਿਤਾਭ ਬੱਚਨ ਵੀ ਲਿਆ ਕੇ ਜਿਤਾਇਆ ਸੀ, ਇਹਨਾਂ ਸਾਰਿਆਂ ਨੂੰ ਵਰਤਦੇ ਰਹੇ। ਭਾਜਪਾ ਵਾਲਿਆਂ ਨੇ ਹੇਮਾ ਮਾਲਿਨੀ ਲੈ ਆਂਦੀ, ਵੇਖਿਆ ਤਜਰਬਾ ਕਾਮਯਾਬ ਆ, ਮੁੜ ਕੇ ਸਨੀ ਦਿਓਲ ਲੈ ਆਂਦਾ, ਭਲਕੇ ਕੋਈ ਹੋਰ ਦਿਓਲ ਲੈ ਆਉਣਗੇ। ਜੀ। ਇਹ ਕੰਮ ਇਹਨਾਂ ਕੀਤਾ। ਉਸੇ ਤਰ੍ਹਾਂ ਬਾਕੀ ਵੀ ਕਰ ਸਕਦੇ ਨੇ। ਉਹ ਇਹਨਾਂ ਚੱਕਰਾਂ 'ਚ ਨਹੀਂ ਪੈਣ ਵਾਲਾ। ਉਹਨੇ ਜਿਹੜਾ ਠੇਕੇਦਾਰੀ ਦਾ ਕੰਮ ਸ਼ੁਰੂ ਕੀਤਾ, ਰਾਜਨੀਤੀ ਦੇ ਵਿੱਚ ਆ ਲਾਇਸੈਂਸਦਾਰੀ ਸਿਸਟਮ ਇੱਕ ਨਵਾਂ ਜਿਹੜਾ ਉਹਨੇ ਆ ਕੇ ਲੋਕਾਂ ਦੇ ਵਿੱਚ ਪੇਸ਼ ਕੀਤਾ ਤੇ ਉਹਦੇ ਵਿੱਚੋਂ ਕਮਾਈ ਕੀਤੀ। ਉਹ ਇਸ ਤਰ੍ਹਾਂ ਦੀ ਕਮਾਈ ਛੱਡ ਕੇ ਸਿਰਫ ਇੱਕ ਪਾਰਟੀ ਦੇ ਕਿੱਲੇ ਨਾਲ ਵੱਧ ਜਾਊ ਕਿ ਜਦੋਂ ਮਰਜ਼ੀ ਰੱਸੀ ਪਾ ਕੇ ਮੈਨੂੰ ਤੋਰੋ, ਚੱਲ ਤੂੰ ਮਿਜ਼ੋਰਮ ਦੇ ਚੋਣ ਲੜ ਕੇ ਆਉਣੀ ਆ, ਹੁਣ ਤੂੰ ਕਰਨਾਟਕਾ ਚਲਾ ਆਇਆ ਤੇ ਉੱਤਰਾਖੰਡ ਚੱਲ ਜਾ, ਉੱਤਰਾਖੰਡ ਤੋਂ ਉੱਤਰ ਤੇ ਸਿੱਧਾ ਹੀ ਮੱਧ ਪ੍ਰਦੇਸ਼ ਵਿੱਚ ਵੜ ਜਾ, ਉੱਥੋਂ ਫਿਰ ਤੂੰ ਉੜੀਸਾ ਚੱਲ ਜੀ। ਉਹ ਇਹਨਾਂ ਦਾ ਕਰਿੰਦਾ ਬਣ ਕੇ ਕੰਮ ਕਰੂਗਾ, ਮੇਰੇ ਮੰਨਣ 'ਚ ਨਹੀਂ ਆਉਂਦਾ। ਜੀ। ਫਿਰ ਵੀ ਰਾਹੁਲ ਗਾਂਧੀ ਆਸਵੰਦ ਹੈ, ਆਸ ਦੇ ਨਾਲ ਜਹਾਨ ਕਹਿ ਮੈਂ ਲਾ ਕੇ ਵੇਖ ਲਵੇ ਜ਼ੋਰ। ਪਰ ਜੋ ਅਜੇ ਤੱਕ ਦੇ ਚਰਚੇ ਆ ਉਹ ਇਹ ਹੈ ਕਿ ਉਹਨੇ ਇਹਨਾਂ ਨੂੰ ਪੱਲਾ ਨਹੀਂ ਫੜਾਇਆ, ਕਹਿੰਦਾ ਵੇਖਾਂਗੇ। ਇਹ ਆਪਣੀ ਥਾਂ ਤਿਆਰ ਨੇ ਉਹਨੂੰ ਲੈਣ ਵਾਸਤੇ। ਜੀ। ਪਰ ਸਾਹਿਬ, ਝਾਰਖੰਡ ਵਿੱਚ ਇੱਕ ਜੱਜ ਦੀ ਮੌਤ ਹੋਈ ਹੈ। ਮੌਤ ਤਾਂ ਚਲੋ
ਕਿਹਾ ਜਾ ਸਕਦਾ ਹੈ, ਪਰ ਦੂਸਰੇ ਪਾਸੇ ਜਿਹੜੀ ਸੀਸੀਟੀਵੀ ਦੀ ਵੀਡੀਓ ਹੈ, ਆਟੋ ਜਿਸ ਤਰ੍ਹਾਂ ਟੱਕਰ ਮਾਰਦਾ ਹੈ, ਤੁਸੀਂ ਇਹ ਸਾਰੀ ਘਟਨਾਕ੍ਰਮ ਨੂੰ ਕਿਵੇਂ ਦੇਖਦੇ ਆ? ਮੈਂ ਉਹ ਸੀਸੀਟੀਵੀ ਦੀ ਫੁਟੇਜ 3 4 ਸ਼ਾਇਦ 5 ਵਾਰ ਵੇਖੀ ਹੈ ਜੀ। ਪਰ ਮੈਂ ਹਲੂਣਿਆ ਗਿਆ। ਉਹ ਕੋਈ ਮੌਤ ਨਹੀਂ ਕਹੀ ਜਾ ਸਕਦੀ, ਸਿੱਧਾ ਨੰਗਾ ਚਿੱਟਾ ਕਤਲ ਹੈ। ਕਤਲ ਜੀ। ਜੱਜ ਸਾਹਿਬ ਜਾ ਰਹੇ ਨੇ ਸੈਰ ਦੇ ਉੱਤੇ, ਜੋਗਿੰਗ ਕਰਦੇ, ਛੋਟਾ ਛੋਟਾ ਜੰਪ ਜੇ ਲੈਂਦੇ ਦੌੜਦੇ ਜਾ ਰਹੇ ਨੇ। ਸੜਕ ਤੇ ਪਾਸੇ ਤੇ ਜਿਹੜੀ ਸਾਈਕਲਿਸਟਾਂ ਵਾਸਤੇ ਲਾਈਨ ਬਣੀ ਹੁੰਦੀ ਉਹਦੇ 'ਚ ਦੌੜ ਰਹੇ ਨੇ। ਆਟੋ ਜਿਹੜਾ 3 ਵੀਲਰ ਉਹ ਸੜਕ ਦੀਆਂ 3 ਲੇਨ ਜਿਹੜੀਆਂ ਨੇ ਉਹਨਾਂ 'ਚੋਂ ਵਿਚਕਾਰਲੀ ਤੇ ਚੱਲਦਾ ਪਿਆ। ਜੇ ਉਸੇ ਲੇਨ ਤੇ ਸਿੱਧਾ ਚੱਲਦਾ ਜਾਵੇ ਤੇ ਉਹਨੇ ਜੱਜ ਸਾਹਿਬ ਤੋਂ ਘੱਟੋ ਘੱਟ 10 ਫੁੱਟ ਦੇ ਫਾਸਲੇ ਤੋਂ ਲੰਘਣਾ ਸੀ ਜੀ। ਉਹ ਜਦੋਂ ਲਾਗੇ ਗਿਆ ਤੇ ਪੂਰੀ ਸਪੀਡ ਚੁੱਕ ਕੇ ਇੱਕਦਮ ਘੁਮਾ ਕੇ ਸਿੱਧਾ ਉਧਰ ਗਿਆ। ਜੱਜ ਦੇ ਪਿੱਠ ਤੇ ਮਾਰਿਆ, ਉਹਨੂੰ ਮਾਰ ਕੇ ਮਿੱਧ ਕੇ ਤੇ ਨਾਲ ਹੀ ਮੁੜ ਕੇ ਫਿਰ ਉਸੇ ਲਾਈਨ 'ਚ ਆ ਗਿਆ। ਫਿਰ ਉਸ ਲਾਈਨ 'ਚੋਂ ਨਹੀਂ ਰਿਹਾ। ਇਹ ਕਲੀਅਰ ਕੱਟ ਕਤਲ ਹੈ। ਦੂਜੀ ਗੱਲ ਇਹ ਕਿ ਉਹ ਆਟੋ ਦਾ ਮਾਲਕ ਨਹੀਂ ਸੀ ਚਲਾ ਰਿਹਾ। ਇੱਕ ਰਾਤ ਪਹਿਲਾਂ ਆਟੋ ਚੋਰੀ ਕੀਤਾ ਗਿਆ ਸੀ। ਚੋਰੀ ਇਸ ਨੀਤ ਨਾਲ ਕੀਤਾ ਗਿਆ ਸੀ ਕਿ ਕਿਸੇ ਦਾ ਆਟੋ ਚੋਰੀ ਕਰਕੇ ਤੇ ਕਤਲ ਕਰਕੇ ਖਿਸਕ ਜਾਓ ਤੇ ਫਿਰ ਆਪਣੇ ਸਿਰ ਨਾ ਲੱਗੇ। ਜੀ। ਜੱਜਾਂ ਦੇ ਕਤਲ ਅੱਗੇ ਵੀ ਇੱਥੇ ਹੁੰਦੇ ਰਹੇ। ਤੁਸੀਂ ਬਾਕੀਆਂ ਨੂੰ ਛੱਡੋ, ਇੱਕ ਜੱਜ ਲੋਇਆ ਦਾ ਕਤਲ ਹੋਇਆ ਸੀ, ਉਹਦਾ ਤੇ ਸਾਡੇ ਕੇਂਦਰ ਦੇ ਮੰਤਰੀਆਂ ਤੱਕ ਵਾਲੇ ਇਸ਼ਾਰੇ ਹੁੰਦੇ ਸੀ ਵੀ ਪਤਾ ਨਹੀਂ ਕਿੱਥੋਂ ਕਿੱਥੋਂ ਕਿਹਨੇ ਕਰਵਾਤਾ, ਕਿਹਦੀ ਗੱਲ ਚੱਲਦੀ ਸੀ। ਹੁਣ ਇਹ ਜਿਹੜੇ ਐਡੀਸ਼ਨਲ ਸੈਸ਼ਨ ਜੱਜ ਸਾਹਿਬ, ਜਦ ਜੇ ਮੈਂ ਭੁੱਲਦਾ ਨਹੀਂ ਤੇ ਉਹਨਾਂ ਦਾ ਨਾਂ ਉੱਤਮ ਆਨੰਦ ਸੀ, ਉਹਦਾ ਕਤਲ ਕੀਤਾ ਗਿਆ। ਉਹਦੇ ਕੋਲ ਕਈਆਂ ਗੈਂਗਸਟਰਾਂ ਦੇ ਕੇਸ ਸੀ ਤੇ ਕਹਿੰਦੇ ਆ ਕਿ ਇੱਕ ਗੈਂਗਸਟਰ ਦੇ ਜ਼ਮਾਨਤ ਮਨਜ਼ੂਰ ਕਰਨ ਤੋਂ ਉਹਨਾਂ ਨਾ ਕੀਤੀ ਸੀ। ਜਿਹਨੇ ਨਾ ਕੀਤੀ ਸੀ ਉਹ ਇਕੱਲੇ ਜੱਜ ਸਾਹਿਬ ਤਾਂ ਨਹੀਂ ਸੀ, ਇੱਥੇ ਬੜੇ ਜੱਜ ਨੇ ਜਿਹੜੇ ਬਦਮਾਸ਼ਾਂ ਦੀਆਂ ਜ਼ਮਾਨਤਾਂ ਤੋਂ ਨਾ ਕਰਦੇ ਜੀ। ਜੇ ਦੇਸ਼ ਦਾ ਅਮਨ ਕਾਨੂੰਨ ਇੱਥੇ ਪਹੁੰਚ ਜਾਵੇ ਕਿ ਜਿਹੜੇ ਬਦਮਾਸ਼ ਦੀ ਜ਼ਮਾਨਤ ਤੋਂ ਨਾ ਕੀਤੀ ਉਹ ਮੁੜ ਕੇ ਜੱਜ ਦਾ ਕਤਲ ਕਰ ਦਿਆ ਕਰੇ ਤੇ ਸ਼ਰਮਨਾਕ ਸਥਿਤੀ ਹੈ। ਉੱਥੋਂ ਦੀ ਸਰਕਾਰ ਨੂੰ ਜੱਜ ਦੇ ਨਾਲ ਲੋੜਯੋਗ ਸਿਕਿਉਰਿਟੀ ਲਾਉਣੀ ਚਾਹੀਦੀ ਹੈ। ਜੇ ਜੱਜ ਸਾਹਿਬ ਕਿਤੇ ਜਾਂਦੇ ਆ ਤੇ ਸਿਕਿਉਰਿਟੀ ਵਾਲਿਆਂ ਨੂੰ ਭਾਵੇਂ ਪਿੱਛੇ ਗੱਡੀ ਤੇ ਆਉਣਾ ਚਾਹੀਦਾ ਸੀ। ਇੱਕ ਪੱਖ ਤਾਂ ਇਹ ਆ ਜਿਹਦੀ ਪੂਰੀ ਪੜਤਾਲ ਹੋਣੀ ਚਾਹੀਦੀ, ਦੋਸ਼ੀਆਂ ਨੂੰ ਸਜ਼ਾ ਚਾਹੀਦੀ। ਦੂਜੀ ਬੇਨਤੀ ਮੈਂ ਕਰਾਂ ਆਮ ਲੋਕਾਂ ਨੂੰ ਵੀ, ਜੀ, ਭਾਵੇਂ ਇੱਥੇ ਨੇ ਭਾਵੇਂ ਵਿਦੇਸ਼ ਵਿੱਚ ਨੇ, ਇੱਕ ਆਦਤ ਬਣਾ ਲਓ। ਪੰਜਾਬ ਵਿੱਚ, ਭਾਰਤ ਵਿੱਚ ਹਰ ਮਹੀਨੇ 3 4 ਲੋਕ ਸੈਰ ਕਰਦੇ ਮਰਦੇ, ਔਰ ਉਹਨਾਂ ਸਾਰਿਆਂ ਦੀ ਰਿਪੋਰਟ ਤੁਸੀਂ ਵੇਖਿਓ। ਜੇ ਭਾਰਤ ਵਿੱਚ ਟ੍ਰੈਫਿਕ ਖੱਬੇ ਹੱਥ ਚੱਲਦਾ ਤੇ ਉਹ ਵੀ ਸੈਰ ਕਰਨ ਲੱਗਿਆ ਖੱਬੇ ਹੱਥ ਚੱਲਦੇ ਆ ਜੀ। ਖੱਬੇ ਹੱਥ ਦਾ ਰੂਲ ਗੱਡੀਆਂ ਵਾਸਤੇ ਆ, ਪੈਦਲ ਚੱਲਣ ਵਾਲਿਆਂ ਵਾਸਤੇ ਨਹੀਂ। ਉਹ ਭਾਵੇਂ ਸੱਜੇ ਚੱਲਣ ਪਰ ਖੱਬੇ ਚੱਲਣ, ਕੋਈ ਪਾਬੰਦੀ ਨਹੀਂ, ਕਿਉਂਕਿ ਉਹ ਖੱਬੇ ਚੱਲਦੇ ਆ। ਟ੍ਰੈਫਿਕ ਵੀ ਖੱਬੇ ਚੱਲਦਾ, ਪਿੱਛੋਂ ਆਉਂਦੀ ਗੱਡੀ ਆਪਣੇ ਥਾਂ ਤੇ ਆ ਰਹੀ ਹੈ ਕਿ ਤੁਹਾਡੇ ਉੱਤੇ ਆ ਚੜ੍ਹਨੀ, ਤੁਹਾਨੂੰ ਦਿਸਦਾ ਨਹੀਂ, ਪਿੱਠ ਹੁੰਦੀ ਹੈ। ਇਹ ਤੋਂ ਬਚਣ ਦਾ ਇੱਕੋ ਤਰੀਕਾ, ਜੇ ਟ੍ਰੈਫਿਕ ਖੱਬੇ ਹੱਥ ਚੱਲਦਾ ਤੁਸੀਂ ਸੱਜੇ ਹੱਥ ਵਾਲੇ ਫੁੱਟਪਾਥ ਤੇ ਜਾਂ ਸੜਕ ਦੇ ਕੰਢੇ ਜਾਓ ਤਾਂ ਕਿ ਅੱਗੋਂ ਆਉਂਦੀ ਗੱਡੀ ਤੁਹਾਨੂੰ ਦਿਸ ਪੂਗੀ। ਚੋਰ ਲਟੇਰਾ ਵੀ ਜੇ ਪਰਸ ਖੋਹ ਕੇ ਭੱਜਣਾ ਚਾਹੁੰਦਾ ਤੁਹਾਨੂੰ ਅੱਗੋਂ ਆਉਂਦਾ ਦਿਸ ਪਏਗਾ। ਇੱਧਰ ਪਿੱਛੋਂ ਤੁਹਾਡੇ ਆ ਰਿਹਾ ਵਾ, ਉਸੇ ਲਾਈਨ 'ਚ ਤੁਸੀਂ ਆ, ਉਸੇ ਪਾਸਿਓਂ ਟ੍ਰੈਫਿਕ ਆਉਣਾ, ਪਿੱਛੋਂ ਮਾਰ ਕੇ ਤੁਹਾਨੂੰ ਰਾਹ ਪੈਂਦਾ ਜੀ। ਵਿਦੇਸ਼ਾਂ ਵਿੱਚ ਵੀ, ਜਿਹੜੇ ਦੇਸ਼ਾਂ ਵਿੱਚ ਟ੍ਰੈਫਿਕ ਸੱਜੇ ਪਾਸੇ ਚੱਲਦਾ, ਉੱਥੇ ਜੇ ਪੈਦਲ ਸੈਰ ਕਰਨੀ ਹੈ ਜਾਂ ਕਿਤੇ ਜਾਣਾ ਤਾਂ ਸੱਜੇ ਪਾਸੇ ਨਾ ਜਾਓ, ਖੱਬੇ ਪਾਸੇ ਦੇ ਫੁੱਟਪਾਥ ਤੇ ਚੜ੍ਹ ਜਾਓ ਤਾਂ ਕਿ ਅੱਗੋਂ ਆਉਂਦਾ ਜਿਹੜਾ ਟ੍ਰੈਫਿਕ ਆ ਉਹਦਾ ਸੱਜਾ ਪਾਸਾ ਹੋਊਗਾ, ਤੁਹਾਡੇ ਕੋਲ ਦੀ ਲੰਘਦਾ ਤੁਹਾਨੂੰ ਦਿਸੂਗਾ। ਕੋਈ ਤੁਹਾਨੂੰ ਜਾਣਬੁੱਝ ਕੇ ਵੀ ਮਿਧ ਸਕਦਾ। ਕਿਸੇ ਦੇ ਅੱਗੇ ਅਚਾਨਕ ਖੱਡਾ ਆ ਗਿਆ, ਉਹਨੇ ਗੱਡੀ ਮਾੜੀ ਜਿਹੀ ਐਂ ਕੀਤੀ, ਤੁਹਾਨੂੰ ਉਹ ਵੀ ਮਿਧ ਸਕਦਾ ਜੀ। ਕਿਸੇ ਦੀ ਗੱਡੀ ਸਲਿੱਪ ਕਰ ਸਕਦੀ ਹੈ, ਕਿਸੇ ਡਰਾਈਵਰ ਦੀ ਝੋਕ ਲੱਗ ਸਕਦੀ ਹੈ, ਕਿਸੇ ਨੇ ਪਿੱਛੋਂ ਦੂਜੀ ਗੱਡੀ ਟੱਕਰ ਮਾਰੇ ਨਹੀਂ ਸੰਭਲਿਆ ਕਿ ਇੱਧਰ ਨੂੰ ਆ ਸਕਦਾ। ਇਹਦੇ ਤੋਂ ਬਚਣ ਦਾ ਇੱਕੋ ਤਰੀਕਾ ਕਿ ਜਦੋਂ ਵੀ ਸੈਰ ਕਰਨ ਵਾਸਤੇ ਸੜਕਾਂ ਤੇ ਨਿਕਲਣਾ, ਐਕਸੀਡੈਂਟ ਤੋਂ ਵੀ ਤੇ ਐਕਸੀਡੈਂਟ ਸਟੇਜ ਕਰਨ ਵਾਲੇ ਕਾਤਲ ਤੋਂ ਵੀ ਬਚਣ ਦਾ ਇੱਕੋ ਤਰੀਕਾ ਕਿ ਜਿਹੜੇ ਰਸਤੇ ਤੇ ਟ੍ਰੈਫਿਕ ਚੱਲਦਾ ਉਹ ਤੋਂ ਦੂਜੇ ਹੱਥ ਹੋ ਕੇ ਸੈਰ ਕਰੋ, ਤੁਸੀਂ ਬਚੋਗੇ। ਜੀ। ਪੰਜ ਸਾਹਿਬ, ਓਲੰਪਿਕ ਦੀ ਵੀ ਗੱਲ ਕਰ ਲਈਏ। ਖੇਡ ਮੈਦਾਨ ਤੋਂ ਪੀਵੀ ਸਿੰਧੂ ਨੇ ਬੈਡਮਿੰਟਨ ਦਾ ਮੁਕਾਬਲਾ ਜਿੱਤਿਆ ਤੇ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ। ਉੱਧਰ ਮੁੱਕੇਬਾਜ਼ ਵੀ ਰਾਤ ਇੱਕ ਮੁਕਾਬਲਾ ਹੋਇਆ ਸੀ ਮੇਰੀ ਕੌਮ ਦਾ, ਤੇ ਉਹਦੇ ਵਿੱਚ ਬਹੁਤ ਸਾਰੀਆਂ ਚਰਚਾਵਾਂ ਚੱਲਦੀਆਂ ਪਈਆਂ ਕਿ ਜਿਊਰੀ ਦਾ ਫੈਸਲਾ ਸੀ ਜਾਂ ਕਿਸਮਤ ਦਾ ਫੈਸਲਾ ਸੀਗਾ। ਇਹ ਸਾਰਿਆਂ ਨੂੰ ਤੁਸੀਂ ਕਿਵੇਂ ਦੇਖਦੇ ਆ? ਮੇਰੀ ਕੌਮ ਦੇ ਮਾਮਲੇ 'ਚ ਸਮਝਦੇ ਹਾਂ ਕਿ ਬੇਇਨਸਾਫੀ ਹੋਈ ਹੈ ਜੀ। ਬਹੁਤ ਸਾਰੇ ਲੋਕਾਂ ਦੀ ਰਾਏ ਆ, ਮੇਰੀ ਵੀ ਰਾਏ ਆ ਕਿ ਜੱਜਾਂ ਨੇ ਇਹ ਫੈਸਲਾ ਉਦੋਂ ਸੁਣਾਇਆ ਜਦੋਂ ਮੈਰੀ ਕੌਮ ਜਸ਼ਨ ਮਨਾ ਚੁੱਕੀ ਸੀ, ਖੁਸ਼ੀ ਲਗਭਗ ਸਾਰਿਆਂ ਨੂੰ ਪਤਾ ਸੀ ਕਿ ਜਿੱਤ ਚੁੱਕੀ ਹੈ। ਜੀ।
ਉਹਨੂੰ ਜਿੱਤੀ ਨੂੰ ਹਾਰੀ ਡਿਕਲੇਅਰ ਕੀਤਾ ਗਿਆ। ਉਹਨੇ ਮੰਨ ਲਿਆ ਔਰ ਇਹ ਵੀ ਆਖਿਆ ਕਿ ਮੈਂ ਇਹਦੇ ਨਾਲ ਕੋਈ ਸੰਨਿਆਸ ਨਹੀਂ ਰਹਿਣ ਲੱਗੀ, ਮੈਂ ਫਿਰ ਵੀ ਖੇਡੂੰਗੀ। ਪਰ ਫੈਸਲਾ ਠੀਕ ਨਹੀਂ ਜਾਪਦਾ, ਇਹਦਾ ਰਿਵਿਊ ਕਰਨ ਦਾ ਚਾਂਸ ਕੋਈ ਜਾਪਦਾ ਨਹੀਂ, ਹੁਣ ਇਸ ਕਰਕੇ ਉਹ ਪਾਸੇ ਜੀ ਮਾੜੀ ਗੱਲ ਹੋਈ। ਦੂਜਾ, ਪੀਵੀ ਸਿੰਧੂ ਸੈਮੀਫਾਈਨਲ ਚਲੀ ਗਈ, ਚੰਗਾ ਹੋਇਆ। ਤੀਜਾ, ਸਾਡੀ ਕੁੜੀ ਲਵਲੀਨਾ ਅੱਜ ਉਹ ਸੈਮੀਫਾਈਨਲ ਚਲੀ ਗਈ। ਇਹ ਮੁੱਕੇਬਾਜ਼ੀ ਵਾਲਿਆਂ 'ਚ, ਰੈਸਲਿੰਗ ਵਾਲਿਆਂ 'ਚ ਇਸ ਤਰ੍ਹਾਂ ਹੁੰਦਾ ਕਿ ਜਿਹੜਾ ਸੈਮੀਫਾਈਨਲ 'ਚ ਚੱਲ ਜਾਵੇ, ਸੈਮੀਫਾਈਨਲ ਦੇ ਵਿੱਚ ਜਿਹੜੇ 2 ਜਣੇ ਚੱਲ ਜਾਣ, 4 ਜਣੇ ਚੱਲ ਜਾਣ, ਉਹਨਾਂ 'ਚੋਂ ਇੱਕ ਨੂੰ 골ਡ ਮੈਡਲ ਮਿਲਣਾ ਹੁੰਦਾ, ਇੱਕ ਨੂੰ ਸਿਲਵਰ ਮੈਡਲ। ਜਿਹੜੇ ਬਾਕੀ ਦੇ 2 ਆ ਉਹਨਾਂ 'ਚੋਂ ਇੱਕ ਨੂੰ ਕਾਂਸੇ ਮੈਡਲ, ਬ੍ਰਾਂਜ ਮੈਡਲ ਨਹੀਂ ਮਿਲਦਾ, ਦੋਵਾਂ ਨੂੰ ਹੀ ਮਿਲ ਜਾਂਦਾ ਜੀ। ਇਸ ਕਰਕੇ ਲਵਲੀਨਾ ਦਾ ਹੁਣ ਮੈਡਲ ਤਾਂ ਪੱਕਾ ਹੋ ਗਿਆ। ਜੇ ਸੈਮੀਫਾਈਨਲ ਜਿੱਤ ਜਾਵੇ ਤੇ ਫਿਰ 골ਡ ਜਾਂ ਸਿਲਵਰ ਦੀ ਵੀ ਝਾਕ ਲੱਗ ਸਕਦੀ ਹੈ, ਤੇ ਅਸੀਂ ਆਸ ਰੱਖਾਂਗੇ ਕਿ ਜਿੱਤ ਜਾਵੇ। ਪਤਾ ਨਹੀਂ ਕੀ ਹੁੰਦਾ, ਬਾਅਦ 'ਚ ਵੇਖਿਆ ਜਾਊ। ਹਾਕੀ ਸਾਡੀ ਹੈ, ਜਾਂਦਿਆਂ ਸਾਰੇ ਨੇ ਨਿਊਜ਼ੀਲੈਂਡ ਨੂੰ ਹਰਾਤਾ, ਸਾਨੂੰ ਚਾਅ ਚੜ੍ਹ ਗਿਆ। ਆਸਟ੍ਰੇਲੀਆ ਤੋਂ ਹਾਰ ਗਏ ਤੇ ਅਸੀਂ ਮਰ ਗਏ, ਅਸੀਂ ਮੁੰਡਿਆਂ ਨੂੰ ਮਿਹਣੇ ਦਿੱਤੇ, ਅਸੀਂ ਗਾਲਾਂ ਕੱਢੀਆਂ, ਸਭ ਕੁਝ ਕੀਤਾ। ਅਗਲੇ ਦਿਨ ਅਸੀਂ 1 ਮੈਚ ਜਿੱਤੇ, ਫਿਰ ਅਸੀਂ 1 ਹੋਰ ਜਿੱਤ ਗਏ। ਜੀ ਹੁਣ ਤੱਕ ਅਸੀਂ 4 ਚੋਂ 3 ਮੈਚ ਜਿੱਤ ਗਏ ਤੇ ਤਿੰਨਾਂ ਦੇ ਰਲਾ ਕੇ 9 ਪੁਆਇੰਟ ਸਾਡੇ ਬਣ ਗਏ। ਸਾਡੇ ਤੋਂ ਉੱਪਰ 12 ਆਸਟ੍ਰੇਲੀਆ ਦੇ। ਜਿਹੜੀਆਂ ਅਗਲੀਆਂ ਤੀਜੇ ਤੇ ਚੌਥੇ ਨੰਬਰ ਤੇ 2 ਟੀਮਾਂ, ਉਹਨਾਂ ਦੇ 4-4 ਆ ਤੇ ਮੈਚ ਵੀ ਉਹ 4-4 ਖੇਡ ਚੁੱਕੇ। ਇੱਕੋ ਮੈਚ ਰਹਿੰਦਾ, ਜੇ ਉਹ ਜਿੱਤ ਵੀ ਲੈਣ ਤੇ 3-3 ਪੁਆਇੰਟ ਹੋਰ ਉਹਨਾਂ ਨੂੰ ਆ ਵੀ ਜਾਣ ਤੇ 4-3 7 ਹੀ ਹੋਣਗੇ। ਅਸੀਂ 9ਵਾਂ ਵਾਲੇ ਦੂਜੇ ਨੰਬਰ ਤੇ ਜਾ ਚੁੱਕੇ ਹਾਂ। ਦੂਜੇ ਤੋਂ ਉੱਪਰ ਅਸੀਂ ਜਾ ਨਹੀਂ ਸਕਦੇ, ਬਹੁਤੀ ਸੰਭਾਵਨਾ ਨਹੀਂ। ਪਰ ਦੂਜਾ ਤਾਂ ਸਾਡਾ ਕਾਇਮ ਹੀ ਕਾਇਮ ਹੈ, ਅਸੀਂ ਮੈਡਲ ਦੇ ਦਾਅਵੇਦਾਰਾਂ 'ਚ ਸ਼ਾਮਲ ਹੋ ਚੁੱਕੇ ਹਾਂ। ਜੀ ਮੈਂ ਬੇਨਤੀ ਕਰੂੰਗਾ ਆਪਣੇ ਲੋਕਾਂ ਨੂੰ, ਥੋੜ੍ਹਾ ਜਿਹਾ ਹੋਸ਼ ਰੱਖਿਆ ਕਰੋ। ਜਿਹੜੇ ਬੱਚੇ ਖੇਡਣ ਵਾਸਤੇ ਗਏ, ਉਹ ਦਿਲੋਂ ਖੇਡਦੇ ਪਏ, ਸਾਰਾ ਤਾਣ ਲਾਉਂਦੇ ਆ। ਇੱਕ ਵਾਰੀ ਪ੍ਰਗਟ ਨੇ ਆਖਿਆ ਸੀ, ਤੁਸੀਂ ਇਹ ਕਿਉਂ ਸੋਚਦੇ ਆ ਕਿ ਸਾਰੇ ਘੋੜੇ ਸਾਡੀ ਟੀਮ 'ਚ ਆ ਤੇ ਸਾਰੇ ਗਧੇ ਦੂਸਰਿਆਂ ਦੀ ਟੀਮ 'ਚ ਆ। ਜੀ ਦੂਸਰੇ ਵੀ ਮਾਂ ਪਿਓ ਨੇ ਲਾਡ ਲਡਾ ਕੇ, ਪਾਲ ਕੇ, ਸਾਰੀਆਂ ਸ਼ੁਭ ਕਾਮਨਾਵਾਂ ਦੇ ਕੇ ਭੇਜੇ ਆ। ਜੇ ਉਹ ਆਏ ਆ, ਕਦੇ ਉਹ ਜਿੱਤ ਸਕਦੇ, ਕਦੇ ਅਸੀਂ ਜਿੱਤ ਸਕਦੇ ਹਾਂ। ਅਸੀਂ ਕੋਈ ਜਾਣ ਕੇ ਤਾਂ ਨਹੀਂ ਹਾਰਦੇ। ਜਿਹੜਾ ਖਿਡਾਰੀਆਂ ਨੂੰ ਨਿੰਦਣਾ, ਨੌਲਣਾ, ਭੰਡਣਾ, ਗਾਲਾਂ ਕੱਢਣੀਆਂ, ਕਦੇ ਕਦੇ ਤੇ ਗਾਲਾਂ ਵੀ ਗੰਦੀਆਂ ਕੱਢੀਆਂ ਜਾਂਦੀਆਂ ਨੇ, ਇਹ ਬੇਹੂਦਗੀ ਬੰਦ ਕਰਨੀ ਚਾਹੀਦੀ ਹੈ। ਸਾਡੇ ਪੰਜਾਬ ਦਾ ਕਲਚਰ ਆ, ਭਲਵਾਨ ਦੀ ਮਾਂ 2 ਕੁੱਜੇ ਘਿਓ ਦੇ ਰੱਖਦੀ ਹੁੰਦੀ ਸੀ, ਇੱਕ ਆਪਣੇ ਪੁੱਤ ਵਾਸਤੇ, ਜੀ ਇੱਕ ਕੁੱਜਾ ਇਸ ਗੱਲ ਹੀ ਰੱਖਿਆ ਹੁੰਦਾ ਸੀ ਕਿ ਜਿਹੜਾ ਮੁੰਡਾ ਮੇਰੇ ਪੁੱਤ ਨੂੰ ਹਰਾਊਗਾ ਨਾ, ਉਸ ਮਾਈ ਦੇ ਲਾਲ ਨੂੰ ਘਿਓ ਦਾ ਕੁੱਜਾ ਮੈਂ ਦਊਂਗੀ। ਤੇ ਇਹ ਇੱਕ ਉਸਦਾ ਮਾਣ ਰੱਖਣ ਵਾਲੀ ਗੱਲ ਹੁੰਦੀ ਸੀ। ਜੀ ਅਸੀਂ ਦੂਸਰੇ ਦਾ ਜਿੱਤ ਜਾਵੇ, ਸਾਨੂੰ ਬੁਖਾਰ ਚੜ੍ਹ ਜਾਂਦਾ। ਆਪਣੇ ਪ੍ਰਬੰਧਕਾਂ ਨੂੰ ਵੀ, ਖਿਡਾਰੀਆਂ ਨੂੰ ਵੀ, ਸਭ ਨੂੰ ਗਾਲਾਂ ਕੱਢੀ ਜਾਂਦੇ। ਇਹ ਤਰੀਕਾ ਠੀਕ ਨਹੀਂ। ਥੋੜ੍ਹਾ ਜਿਹਾ ਸਾਨੂੰ ਵੀ ਆਪਣਾ ਬੈਲੈਂਸ ਕਾਇਮ ਰੱਖਣਾ ਚਾਹੀਦਾ। ਖਿਡਾਰੀਆਂ ਦਾ ਜ਼ੋਰ ਖੇਡਣ 'ਤੇ ਲੱਗਦਾ, ਸਾਡਾ ਜਾਂ ਉਸ ਪਾਸੇ ਜਾਂ ਉਸ ਪਾਸੇ, ਜਾਂ ਸਿਫਤਾਂ 'ਤੇ ਜਾਂ ਸੋਹਲੇ ਸੁਣਾਉਣ 'ਤੇ ਲੱਗਦਾ। ਇਹ ਤਰੀਕਾ ਠੀਕ ਨਹੀਂ। ਅਸੀਂ ਸੁੱਖ ਮੰਗੀਏ ਕਿ ਇੱਕ ਤਾਂ ਬੱਚੇ ਕੁਝ ਕਾਰਗੁਜ਼ਾਰੀ ਕਰਕੇ ਆਉਣਗੇ, ਤੇ ਦੂਸਰਾ ਇਹ ਕਿ ਸੁੱਖੀ ਸੰਦੀ ਘਰ ਮੁੜਨਗੇ। ਰੌਲਾ ਕਰੋਨਾ ਦਾ ਬਹੁਤ ਪੈ ਰਿਹਾ। ਜੀ ਹੁਣ ਸਾਹਿਬ, ਦਾਨਿਕ ਸਦੀਕੀ ਫੋਟੋਗ੍ਰਾਫਰ ਹੈ ਤੇ ਅਫਗਾਨਿਸਤਾਨ ਵਿੱਚ ਉਹਦੀ ਮੌਤ ਹੋ ਗਈ। ਹੁਣ ਕੁਝ ਰਿਪੋਰਟਾਂ ਆ ਰਹੀਆਂ ਕਿ ਉਹਦੀ ਮੌਤ ਬੇਰਹਿਮੀ ਨਾਲ ਹੱਤਿਆ ਕੀਤੀ ਗਈ ਹੈ ਤਾਲਿਬਾਨ ਵੱਲੋਂ। ਇਹ ਕਿਵੇਂ ਦੇਖਦੇ ਆ ਤੁਸੀਂ ਇਸ ਘਟਨਾਕ੍ਰਮ ਨੂੰ? 1 ਹਫ਼ਤਾ ਹੋ ਗਿਆ ਉਹਦੀ ਮੌਤ ਹੋਈ ਨੂੰ। ਜੀ ਉਹ ਭਾਰਤੀ ਸੀ, ਬੜਾ ਹੌਸਲੇ ਵਾਲਾ ਮੁੰਡਾ ਸੀ, ਅਜੇ 40 ਕੁ ਸਾਲ ਉਮਰ ਸੀ। ਉਹ ਜਿੱਥੇ ਜਿੱਥੇ ਗਿਆ ਉਹਨੇ ਬਹੁਤ ਵਧੀਆ ਕੰਮ ਕੀਤਾ। ਜਿਹੜਾ ਪੁਲਿਟਜ਼ਰ ਅਵਾਰਡ ਵਿਰਲੇ ਪੱਤਰਕਾਰ ਨੂੰ ਮਿਲਦਾ, ਉਹਨੂੰ ਮਿਲ ਚੁੱਕਾ ਸੀ। ਸਾਰੀ ਦੁਨੀਆ 'ਚ ਧੁੰਮ ਸੀ। ਅੱਜ ਕੱਲ੍ਹ ਉਹ ਨਿਊਜ਼ ਏਜੰਸੀ ਰਾਈਟਰ ਵਾਸਤੇ ਕੰਮ ਕਰ ਰਿਹਾ ਸੀ ਤੇ ਅਫਗਾਨਿਸਤਾਨ ਦੇ ਵਿੱਚ ਬੜੇ ਔਖੇ ਹਾਲਾਤ ਦੇ ਵਿੱਚ ਉਹ ਜਾ ਕੇ ਕੰਮ ਕਰਦਾ ਪਿਆ ਸੀ, ਜਿੱਥੇ ਤਾਲਿਬਾਨ ਚੜ੍ਹੇ ਆਉਂਦੇ ਆ, ਆਮੋ ਸਾਹਮਣੇ ਲੜਾਈ ਆ, ਗੋਲੀਆਂ ਵਰਦੀਆਂ 'ਚੋਂ ਕਰਦਾ ਪਿਆ ਸੀ। ਉੱਥੇ ਉਹਦੀ ਮੌਤ ਹੋਈ ਹੈ। ਉਸ ਮੌਤ ਬਾਰੇ ਪਹਿਲਾਂ ਇਹ ਆਖਿਆ ਗਿਆ ਸੀ ਕਿ ਅਚਾਨਕ ਕਿਤੇ ਰਾਕਟ ਆ ਵੱਜਾ, ਫਿਰ ਇਹ ਸੀ ਅਚਾਨਕ ਵੱਜਾ ਜਾਂ ਜਾਣ ਬੁੱਝ ਕੇ ਉਹਦੀ ਗੱਡੀ 'ਤੇ ਮਾਰਿਆ ਗਿਆ। ਜੀ ਇਹ ਵੀ ਹੋ ਸਕਦਾ ਸੀ। ਹੁਣ ਬਾਅਦ 'ਚ ਖਬਰ ਜਿਹੜੀ ਆਈ ਆ ਉਹ ਇਹ ਕਿ ਉਹਨੇ ਜਿਉਂਦੇ ਨੂੰ ਫੜ ਲਿਆ ਤਾਲਿਬਾਨ ਨੇ। ਫੜਨ ਤੋਂ ਬਾਅਦ ਤਸੀਹੇ ਦੇ ਦੇ ਕੇ ਮਾਰਿਆ। ਜੀ ਮੈਨੂੰ 2 ਦਹਾਕੇ ਪਹਿਲਾਂ ਜਿਹੜਾ ਅਮਰੀਕੀ ਪੱਤਰਕਾਰ ਡੈਨੀਅਲ ਪਰਲ ਮਰਿਆ ਸੀ, ਉਹਦੀ ਗੱਲ ਯਾਦ ਆਉਂਦੀ। ਉਹਨਾਂ ਦਿਨਾਂ 'ਚ ਇੱਕ ਵੀਡੀਓ ਵਾਇਰਲ ਹੋਈ ਸੀ।
ਉਹਨੂੰ ਤਾਲਿਬਾਨ ਲੱਤਾਂ ਬਾਹਾਂ ਬੰਨੀਆਂ ਨੇ, ਵਾਲਾਂ ਤੋਂ ਫੜ ਕੇ ਘਸੀਟ ਕੇ ਲਿਆਉਂਦੇ ਤੇ ਉਹਦੀ ਗਰਦਨ ਦੇ ਉੱਤੇ ਹੌਲੀ ਹੌਲੀ ਛੁਰੀ ਫੇਰ ਕੇ ਉਹਨੂੰ ਜਿਸ ਤਰ੍ਹਾਂ ਜ਼ਿਬਾ ਕੀਤਾ ਗਿਆ, ਜਿਵੇਂ ਉਹਨੂੰ ਮਾਰਿਆ ਗਿਆ, ਜਿਨ੍ਹਾਂ ਨੂੰ ਤੜਫਾਇਆ ਗਿਆ। ਜਿਹਨੇ ਕਿਸੇ ਨੇ ਉਸ ਵਕਤ ਉਹ ਵੀਡੀਓ ਵੇਖੀ ਸੀ, ਕਈ ਲੋਕ ਤਾਂ ਕਹਿੰਦੇ ਸੀ ਉਹ ਵੀਡੀਓ ਅਸਲੀ ਨਹੀਂ, ਪਰ ਬਹੁਤਿਆਂ ਦੀ ਰਾਏ ਸੀ ਕਿ ਉਹ ਵੀਡੀਓ ਅਸਲੀ ਹੈ। ਐਨ ਉਸੇ ਢੰਗ ਨਾਲ ਇਹਨੂੰ ਦਾਨਿਸ਼ ਸਦੀਕੀ ਨੂੰ ਕਹਿੰਦੇ ਆ ਤਾਲਿਬਾਨ ਨੇ ਫੜ ਲਿਆ ਸੀ, ਫੜਨ ਤੋਂ ਬਾਅਦ ਤਸੀਹੇ ਦੇ ਦੇ ਕੇ ਮਾਰਿਆ, ਬੜੀ ਬੁਰੀ ਤਰ੍ਹਾਂ ਜ਼ਲੀਲ ਕੀਤਾ। ਔਰ ਇਹ ਵੀ ਉਦੋਂ ਕੀਤਾ ਗਿਆ ਜਦੋਂ ਤਾਲਿਬਾਨ ਨੂੰ ਇਹ ਪਤਾ ਲੱਗ ਗਿਆ ਕਿ ਇਹ ਅਮਰੀਕੀ ਕੰਪਨੀ ਦਾ ਫੋਟੋਗ੍ਰਾਫਰ ਆ, ਪਰ ਨਾਲ ਦੀ ਨਾਲ ਇਹ ਆ ਕਿ ਭਾਰਤੀ ਹੈ। ਉਹ ਭਾਰਤ ਦੇ ਖਿਲਾਫ ਬਹੁਤ ਨੇ, ਕਿਉਂਕਿ ਪਾਕਿਸਤਾਨ ਵਿੱਚ ਲਗਾਤਾਰ ਰਹੇ ਨੇ ਤੇ ਪਾਕਿਸਤਾਨ ਦੇ ਵਿੱਚੋਂ ਭਾਰਤ ਦੇ ਵਿਰੋਧ ਦੀ ਪੁੱਠ ਉਹਨਾਂ ਨੂੰ ਚੜ੍ਹੀ ਹੋਈ ਹੈ ਜੀ। ਉਹਦਾ ਕਰਕੇ ਵੀ ਹੁਣ ਵੀ ਜਿਹੜੇ ਸਕੂਲ ਭਾਰਤ ਦੀ ਸਰਕਾਰ ਨੇ ਉੱਥੇ ਬਣਵਾ ਕੇ ਦਿੱਤੇ ਆ, ਉਹ ਚੁਣ ਚੁਣ ਕੇ ਬਿਲਡਿੰਗਾਂ ਢਾਈਆਂ ਜਾ ਰਹੀਆਂ ਨੇ। ਜਿਹੜਾ ਪੁਲ ਕੋਈ ਭਾਰਤ ਸਰਕਾਰ ਨੇ ਦਿੱਤਾ, ਜੇ ਕੱਲ੍ਹ ਨੂੰ ਤਾਲਿਬਾਨ ਦੀ ਸਰਕਾਰ ਆ ਜਾਵੇ ਤੇ ਭਾਰਤ ਦੀਆਂ ਗੱਡੀਆਂ ਤਾਂ ਨਹੀਂ ਉੱਥੇ ਲੱਗਣੀਆਂ, ਤੁਹਾਡੇ ਕੰਮ ਆਉਣਾ। ਉਹ ਵੀ ਇਸ ਕਰਕੇ ਢਾਏ ਜਾ ਰਹੇ ਕਿ ਭਾਰਤ ਨੇ ਬਣਾਏ ਆ ਤੇ ਕੱਲ੍ਹ ਨੂੰ ਲੋਕ ਕਿਤੇ ਭਾਰਤ ਦਾ ਚੇਤਾ ਨਾ ਕਰ ਲੈਣ। ਜੀ, ਭਾਰਤ ਦੇ ਨਾਂ ਦੇ ਉੱਤੇ ਉੱਥੇ ਜਿੰਨੇ ਨਫ਼ਰਤ ਪੈਦਾ ਕੀਤੀ ਜਾ ਰਹੀ ਹੈ, ਉਸ ਨਫ਼ਰਤ ਦਾ ਹੀ ਸਿੱਟਾ ਕਿ ਤਾਲਿਬਾਨ ਨੇ ਇਸ ਹੋਣਹਾਰ ਨੌਜਵਾਨ ਨੂੰ, ਪੱਤਰਕਾਰ ਨੂੰ ਫੜ ਕੇ ਉੱਥੇ ਇਸ ਤਰ੍ਹਾਂ ਜ਼ਲੀਲ ਕਰਕੇ ਬਹੁਤ ਤਸੀਹੇ ਦੇ ਦੇ ਕੇ ਮਾਰਿਆ, ਬੜੀ ਦਰਦਨਾਕ ਮੌਤ। ਜੀ, ਇਹਦੀ ਦੁਨੀਆ ਭਰ 'ਚ ਨਿਖੇਧੀ ਵੀ ਹੋ ਰਹੀ ਹੈ। ਸਾਨੂੰ ਅਫਸੋਸ ਹੈ ਕਿ ਸਾਡੇ ਦੇਸ਼ ਦਾ ਇੱਕ ਨੌਜਵਾਨ ਇਹੋ ਜਿਹੇ ਹਾਲਾਤ ਦਾ ਸਾਹਮਣਾ ਕਰਦਿਆਂ ਸਾਡੇ ਪੱਤਰਕਾਰ ਭਾਈਚਾਰੇ 'ਚ ਸੀ, ਜੀ, ਉਹ ਜਾਨ ਦੇ ਗਿਆ। ਇਹ ਬਹੁਤ ਘਟੀਆ ਢੰਗ ਨਾਲ ਉਹਦਾ ਕਤਲ ਕੀਤਾ ਗਿਆ। ਜੀ, ਬਿਲਕੁਲ ਪੰਜ ਸਾਹਿਬ, ਅਫਸੋਸ ਵੀ ਹੈ ਤੇ ਸਾਡੀ ਹਮਦਰਦੀ ਵੀ ਹੈ। ਤੁਸੀਂ ਖਬਰਾਂ 'ਤੇ ਚਰਚਾ ਕੀਤੀ, ਬਹੁਤ ਬਹੁਤ ਧੰਨਵਾਦ। ਸੋ ਪ੍ਰੋਗਰਾਮ ਨੂੰ ਹੁਣ ਇੱਥੇ ਸਮਾਪਤ ਕਰਦੇ ਹਾਂ। ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।